प्यारे विद्यार्थियों, ਤੁਹਾਡਾ ਫਿਰ ਸਵਾਗਤ ਹੈ। ਇਹ 6ਵੀਂ ਜਮਾਤ ਦਾ ਜੋ ਪਹਿਲਾ ਚੈਪਟਰ ਹੈ ਧਰਤੀ ਸੂਰਜ ਪਰਿਵਾਰ ਦਾ ਅੰਗ, ਉਸ ਦਾ ਚੌਥਾ ਭਾਗ ਹੈ। ਲਾਸਟ ਭਾਗ ਦੇ ਵਿੱਚ ਅਸੀਂ ਚੰਨ ਦੇ ਬਾਰੇ ਡਿਸਕਸ ਕਰ ਰਹੇ ਸੀ। ਇਸ ਤੋਂ ਅੱਗੇ ਅਸੀਂ ਡਿਸਕਸ ਕਰਦੇ ਹਾਂ। ਚਲੋ ਸ਼ੁਰੂ ਕਰਦੇ ਹਾਂ ਇਹ ਇੰਟਰਸਟਿੰਗ ਵੀਡੀਓ। ਚੰਦਰਮਾ ਦੇ ਬਾਰੇ ਜੋ ਅਸੀਂ ਪੜ੍ਹ ਰਹੇ ਸੀ। ਸਾਡੀ ਧਰਤੀ ਵਾਂਗ ਚੰਨ ਦੀ ਵੀ ਆਪਣੀ ਰੌਸ਼ਨੀ ਨਹੀਂ, ਸਗੋਂ ਇਹ ਸੂਰਜ ਦੀ ਹੀ ਪਰਿਵਰਤਿਤ ਰੌਸ਼ਨੀ ਹੈ, ਜਿਸ ਕਰਕੇ ਸਾਨੂੰ ਚਮਕਦਾ ਚੰਨ ਦਿਖਾਈ ਦਿੰਦਾ ਹੈ। ਤਾਂ ਪਿਆਰੇ ਵਿਦਿਆਰਥੀਓ, ਜਿਸ ਤਰ੍ਹਾਂ ਗ੍ਰਹਿ ਜਿਹੜੇ ਹੈਗੇ ਨੇ ਸੂਰਜ ਦੀ ਰੌਸ਼ਨੀ ਨਾਲ ਹੀ ਚਮਕਦੇ ਨੇ, ਇਸੇ ਤਰ੍ਹਾਂ ਹੀ ਜਿਹੜਾ ਚੰਨ ਹੈ ਇਸ ਦੀ ਵੀ ਆਪਣੀ ਕੋਈ ਰੌਸ਼ਨੀ ਨਹੀਂ ਹੈ, ਸਗੋਂ ਜਿਹੜੀ ਰੌਸ਼ਨੀ ਸੂਰਜ ਦੀ ਹੈ ਉਸ ਦੇ ਨਾਲ ਹੀ ਸਾਨੂੰ ਇਹ ਚਮਕਦਾ ਦਿਖਾਈ ਦਿੰਦਾ ਹੈ। ਚੰਨ ਧਰਤੀ ਦੁਆਲੇ ਘੁੰਮਦਾ ਹੈ। ਜਿੱਦਾਂ ਜਿਹੜੇ ਚੰਨ ਧਰਤੀ ਦਾ ਉਪਗ੍ਰਹਿ ਹੈ, ਉਪਗ੍ਰਹਿ ਜਿਹੜੇ ਹੈਗੇ ਨੇ ਗ੍ਰਹਿ ਦੇ ਆਲੇ ਦੁਆਲੇ ਚੱਕਰ ਕੱਟਦੇ ਰਹਿੰਦੇ ਨੇ। ਇਸ ਲਈ ਇਸ ਦੀ ਸੂਰਜ ਦੇ ਸਾਹਮਣੇ ਸਥਿਤੀ ਹਰ ਰੋਜ਼ ਬਦਲਦੀ ਰਹਿੰਦੀ ਹੈ। ਤਾਂ ਇਹ ਧਰਤੀ ਦੇ ਦੁਆਲੇ ਘੁੰਮਦਾ ਹੈ, ਸੂਰਜ ਦੇ ਅੱਗੇ ਦੀ ਜਿਹੜੀ ਹੈਗੀ ਹੈ ਸਥਿਤੀ ਹਰ ਰੋਜ਼ ਆ ਜਿਹੜੀ ਬਦਲਦੀ ਰਹਿੰਦੀ ਹੈ। ਉਹ ਆਪ ਨਾ ਵੱਡਾ ਹੁੰਦਾ ਹੈ ਨਾ ਛੋਟਾ, ਪਰ ਇਸ ਦੀ ਸੂਰਜ ਦੇ ਸਾਹਮਣੇ ਦੀ ਸਥਿਤੀ ਵਿੱਚ ਤਬਦੀਲੀ ਕਾਰਨ ਇਸ ਉੱਤੇ ਪੈਂਦੀ ਪਰਿਵਰਤਿਤ ਰੌਸ਼ਨੀ ਹੀ ਇਸ ਨੂੰ ਛੋਟਾ ਜਾਂ ਵੱਡਾ ਦਿਖਾਉਂਦੀ ਹੈ। ਤਾਂ ਜਦੋਂ ਸੂਰਜ ਦੀ ਰੌਸ਼ਨੀ ਪੈਂਦੀ ਆ ਤਾਂ ਚੰਨ ਦੇ ਜਿਹੜੇ ਹੈਗੇ ਨੇ ਡਿਫਰੈਂਟ ਰੂਪ ਨੇ ਜਿਹੜੇ ਸਾਨੂੰ ਦੇਖਣ ਨੂੰ ਮਿਲਦੇ ਨੇ। ਤਾਂ ਕਈ ਵਾਰ ਸਾਨੂੰ ਪੂਰਾ ਦਿਖਾਈ ਦਿੰਦਾ, ਕਈ ਵਾਰ ਚੰਨ ਜਿਹੜਾ ਸਾਨੂੰ ਇੱਦਾਂ ਦਿਖਾਈ ਦਿੰਦਾ, ਕਈ ਵਾਰ ਸਾਨੂੰ ਚੰਦ ਕੱਟਿਆ ਹੋਇਆ ਦਿਖਾਈ ਦਿੰਦਾ। ਅਤੇ ਇਹ ਸੂਰਜ ਦੀ ਜਿਹੜੀ ਰੌਸ਼ਨੀ ਆ ਜਿਹੜੀ ਚੰਦ ਦੇ ਉੱਪਰ ਪੈਂਦੀ ਆ, ਉਸ ਕਰਕੇ ਸਾਨੂੰ ਦਿਖਾਈ ਦਿੰਦਾ। ਧਰਤੀ ਤੋਂ ਦਿਸਣ ਵਾਲਾ ਚੰਨ ਦਾ ਦਰੇਡਾ ਪਾਸਾ ਵੀ ਜਦੋਂ ਸੂਰਜ ਦੇ ਸਾਹਮਣੇ ਹੁੰਦਾ ਹੈ ਤਾਂ ਉਹ ਵੀ ਚਮਕਦਾ ਹੈ, ਪਰ ਧਰਤੀ ਤੋਂ ਅਸੀਂ ਚੰਨ ਦੇ ਉਸ ਪਾਸੇ ਨੂੰ ਨਹੀਂ ਦੇਖ ਸਕਦੇ। ਤਾਂ ਧਰਤੀ ਤੋਂ ਜਿਹੜਾ ਹੈਗਾ ਅਸੀਂ ਸੂਰਜ ਦਾ ਇੱਕ ਸਾਈਡ ਹੀ ਦੇਖ ਸਕਦੇ ਹਾਂ, ਅਤੇ ਪਿਛਲੀ ਸਾਈਡ ਵੀ ਜਿੱਥੇ ਅਸੀਂ ਨਹੀਂ ਦੇਖ ਸਕਦੇ ਧਰਤੀ ਤੋਂ, ਉੱਥੇ ਵੀ ਜਿਹੜਾ ਹੈਗਾ ਉਹ ਚਮਕਦਾ ਦਿਖਾਈ ਦਿੰਦਾ ਹੁੰਦਾ, ਕਿਉਂਕਿ ਉਸ ਦੇ ਉੱਪਰ ਸੂਰਜ ਦੀ ਰੌਸ਼ਨੀ ਪੈਂਦੀ ਹੈ। ਇਸੇ ਸਥਿਤੀ ਨੂੰ ਮੱਸਿਆ ਆਖਿਆ ਜਾਂਦਾ ਹੈ। ਤਾਂ ਜਿਸ ਸਥਿਤੀ ਨੂੰ ਅਸੀਂ ਨਹੀਂ ਦੇਖ ਸਕਦੇ ਚਮਕਦੇ ਹੋਏ, ਉਸ ਸਥਿਤੀ ਨੂੰ ਅਸੀਂ ਕੀ ਕਹਿੰਦੇ ਹਾਂ? ਮੱਸਿਆ। ਹੌਲੀ ਹੌਲੀ ਇਹ ਚੰਨ ਦਾਤਰੀਨੁਮਾ ਵੱਧਦਾ ਹੈ ਅਤੇ ਥੋੜ੍ਹਾ ਥੋੜ੍ਹਾ ਕਰਕੇ ਧਰਤੀ ਤੋਂ ਦਿਸਣਾ ਸ਼ੁਰੂ ਹੋ ਜਾਂਦਾ ਹੈ। ਤਾਂ ਜਿਹੜਾ ਚੰਨ ਮੱਸਿਆ ਵਾਲੇ ਦਿਨ ਕੀ ਹੁੰਦਾ, ਚੰਨ ਦੀ ਰੌਸ਼ਨੀ ਸਾਨੂੰ ਨਹੀਂ ਦਿਖਾਈ ਦਿੰਦੀ। ਫਿਰ ਹੌਲੀ ਹੌਲੀ ਦਾਤਰ ਦੀ ਤਰ੍ਹਾਂ ਇਹ ਚੰਨ ਜਿਹੜਾ ਵੱਧਦਾ ਜਾਂਦਾ। ਫਿਰ ਕੀ ਹੁੰਦਾ, 15 ਦਿਨਾਂ ਬਾਅਦ ਸਾਨੂੰ ਜਿਹੜਾ ਹੈਗਾ ਪੂਰਾ ਚੰਨ ਦਿਖਾਈ ਦੇਣ ਲੱਗ ਜਾਂਦਾ ਹੈ, ਜਿਸ ਨੂੰ ਪੂਰਨਮਾਸੀ ਆਖਦੇ ਹਾਂ। ਮਤਲਬ ਕਿ ਜਿਸ ਦਿਨ ਪੂਰਨਮਾਸੀ ਹੁੰਦੀ ਹੈ ਉਸ ਦਿਨ ਸਾਨੂੰ ਚੰਦ ਪੂਰਾ ਦਿਖਾਈ ਦਿੰਦਾ ਅਤੇ ਪੂਰੀ ਰੌਸ਼ਨੀ ਹੁੰਦੀ ਹੈ ਉਹਦੀ। ਮੱਸਿਆ ਵਾਲੇ ਦਿਨ ਜਿਹੜਾ ਹੈਗਾ ਹਨੇਰਾ ਹੁੰਦਾ ਅਤੇ ਚੰਨ ਸਾਨੂੰ ਨਹੀਂ ਦਿਖਾਈ ਦਿੰਦਾ, ਕਿਉਂਕਿ ਚੰਨ ਸਾਡੇ ਓਹਲੇ ਤੋਂ ਹੁੰਦਾ। ਇਸੇ ਤਰ੍ਹਾਂ ਇਹ ਘਟਦਾ ਘਟਦਾ ਲਗਭਗ 15 ਦਿਨ ਬਾਅਦ ਫਿਰ ਅਲੋਪ ਹੋ ਜਾਂਦਾ ਹੈ। ਤਾਂ ਪੂਰਨਮਾਸੀ ਤੋਂ 15 ਦਿਨ ਬਾਅਦ ਚੰਨ ਜਿਹੜਾ ਫਿਰ ਅਲੋਪ ਹੋ ਜਾਂਦਾ ਹੈ। ਫਿਰ ਜਿਹੜੀ ਹੈਗੀ ਆ ਮੱਸਿਆ ਆ ਜਾਂਦੀ ਹੈ। ਮਤਲਬ ਕੀ ਆ ਵੀ ਚੰਨ ਸਾਡੀਆਂ ਨਜ਼ਰਾਂ ਤੋਂ ਦੂਰ ਹੋ ਜਾਂਦਾ ਅਤੇ ਇਹ ਸਾਨੂੰ ਲੱਭਦਾ ਨਹੀਂ, ਅਤੇ ਇਸ ਨੂੰ ਅਸੀਂ ਮੱਸਿਆ ਕਹਿੰਦੇ ਹਾਂ। ਇਹ ਪੂਰੀ ਪ੍ਰਕਿਰਿਆ 29 ਦਿਨਾਂ ਅਤੇ 12 ਘੰਟਿਆਂ ਦੀ ਹੁੰਦੀ ਹੈ। ਪੂਰਨਮਾਸੀ ਬਾਅਦ ਫਿਰ ਕੀ ਆਉਂਦੀ ਆ? ਮੱਸਿਆ ਆਉਂਦੀ ਆ। ਮੱਸਿਆ ਤੋਂ ਬਾਅਦ ਫਿਰ ਪੂਰਨਮਾਸੀ ਹੁੰਦੀ ਆ। ਇਸੇ ਤਰ੍ਹਾਂ ਜਿਹੜਾ ਇਹ ਸਰਕਲ ਚੱਲਦਾ ਰਹਿੰਦਾ, ਅਤੇ ਇਹ ਜਿਹੜਾ ਪੂਰਾ ਕੰਪਲੀਟ ਸਰਕਲ ਆ 29 ਦਿਨ 12 ਘੰਟਿਆਂ ਦੇ ਵਿੱਚ ਜਿਹੜਾ ਪੂਰਾ ਹੁੰਦਾ। ਤਾਂ ਇੱਥੇ ਚੰਨ ਦੀਆਂ ਵੱਖੋ ਵੱਖਰੀਆਂ ਅਵਸਥਾਵਾਂ ਜਿਹੜੀਆਂ ਹੈਗੀਆਂ ਨੇ ਸਾਨੂੰ ਦਿਖਾਈਆਂ ਗਈਆਂ ਨੇ। ਤਾਂ ਦੇਖੋ, ਆਹ ਹੈਗਾ ਮੱਸਿਆ, ਜਿੱਥੇ ਚੰਨ ਦੀ ਸਾਨੂੰ ਰੌਸ਼ਨੀ ਨਹੀਂ ਦਿਖਾਈ ਦਿੰਦੀ। ਫਿਰ ਇਸ ਤਰ੍ਹਾਂ ਚੰਨ ਜਿਹੜਾ ਵੱਧਦਾ ਜਾਂਦਾ, ਇੱਥੇ ਪੂਰਨਮਾਸੀ ਨੂੰ ਬਿਲਕੁਲ ਪੂਰਾ ਚੰਨ ਸਾਨੂੰ ਦਿਖਾਈ ਦਿੰਦਾ। ਫਿਰ ਘਟਦਾ ਜਿਹੜਾ ਹੈਗਾ ਲਾਸਟ ਦੇ ਵਿੱਚ ਮੱਸਿਆ ਵਾਲਾ ਚੰਨ ਬਣ ਜਾਂਦਾ। ਤਾਂ ਇਹ ਹੈਗੀਆਂ ਨੇ ਜਿਹੜੀਆਂ ਚੰਨ ਦੇ ਵੱਖੋ ਵੱਖਰੇ ਰੂਪ। ਇਸ ਤੋਂ ਅੱਗੇ ਹੈਗੇ ਨੇ ਪੂਛਲ ਤਾਰੇ, ਕੋਮੈਟਸ। ਤਾਂ ਪੂਛਲ ਤਾਰੇ ਵੀ ਹੈਗੇ ਨੇ ਜਿਹੜੇ ਬ੍ਰਹਿਮੰਡ ਦੇ ਵਿੱਚ ਸੂਰਜੀ ਪਰਿਵਾਰ ਦੇ ਵਿੱਚ, ਇਹਨਾਂ ਨੂੰ ਅਸੀਂ ਪੜ੍ਹਦੇ ਹਾਂ ਕਿ ਪੂਛਲ ਤਾਰੇ ਕੀ ਹੁੰਦੇ ਨੇ। ਪੂਛਲ ਤਾਰੇ ਬੜੇ ਅਦਭੁਤ ਆਕਾਸ਼ੀ ਪਿੰਡ ਹਨ, ਯਾਨੀ ਕਿ ਇਹ ਵੱਖਰੀ ਹੀ ਕਿਸਮ ਦੇ ਜਿਹੜੇ ਆਕਾਸ਼ੀ ਪਿੰਡ ਨੇ। ਇਹ ਗ੍ਰਹਿਆਂ ਤੋਂ ਭਿੰਨ ਹਨ। ਇਹ ਜਿਹੜੇ ਗ੍ਰਹਿ ਨੇ, ਪਲੈਨਟਸ ਨੇ, ਉਹਨਾਂ ਤੋਂ ਵੱਖਰੇ ਨੇ।
ਇਹ ਨੈਬੂਲੀ ਤੱਤਾਂ, ਗੈਸਾਂ, ਧੂੜ, ਮਿੱਟੀ ਆਦਿ ਦਾ ਸਮੂਹ ਹਨ। ਤਾਂ ਜਿਹੜੇ ਇਹ ਪੂਛਲ ਤਾਰੇ ਨੇ ਇਹਨਾਂ ਦੇ ਵਿੱਚ ਕੀ ਹੁੰਦੇ ਨੇ, ਨੈਬੂਲੀ ਬੱਦਲ ਜਿਹੜੇ ਹੈਗੇ ਨੇ, ਗੈਸਾਂ, ਧੂੜ ਅਤੇ ਮਿੱਟੀ ਦੇ ਕਣ ਜਿਹੜੇ ਹੈਗੇ ਨੇ ਮੌਜੂਦ ਹੁੰਦੇ ਨੇ। ਇਹ ਤਾਰੇ ਦੀ ਤਰ੍ਹਾਂ ਹੀ ਦਿਖਾਈ ਦਿੰਦੇ ਹਨ ਅਤੇ ਇਹ ਸਾਨੂੰ ਜਿਹੜੇ ਹੈਗੇ ਨੇ ਤਾਰੇ ਦੀ ਤਰ੍ਹਾਂ ਹੀ ਦਿਖਾਈ ਦਿੰਦੇ ਨੇ। ਇਹ ਕਦੇ ਕਦਾਈ ਅਚਾਨਕ ਹੀ ਵੇਖਣ ਵਿੱਚ ਆਉਂਦੇ ਹਨ। ਇਹ ਨਹੀਂ ਹੈਗਾ ਜੀ ਸਾਨੂੰ ਹਰ ਰੋਜ਼ ਜਿਹੜੇ ਹੈਗੇ ਨੇ ਦੇਖਣ ਨੂੰ ਮਿਲਦੇ ਨੇ, ਕਾਫੀ ਟਾਈਮ ਦੇ ਬਾਅਦ ਜਿਹੜਾ ਜਾਂ ਕਦੇ ਕਦਾਈ ਸਾਨੂੰ ਦੇਖਣ ਨੂੰ ਮਿਲਦੇ ਨੇ। ਇਹਨਾਂ ਦੇ ਪਿੱਛੇ ਰੌਸ਼ਨੀ ਦੀ ਲੰਮੀ ਪੂਛ ਨਜ਼ਰ ਆਉਂਦੀ ਹੈ, ਇਸ ਕਰਕੇ ਇਸ ਨੂੰ ਪੂਛਲ ਤਾਰਾ, ਟੇਲਡ ਸਟਾਰ ਆਖਦੇ ਹਨ। ਤਾਂ ਪੂਛਲ ਤਾਰਾ ਕੀ ਹੁੰਦਾ ਕਿ ਇਸ ਦੇ ਪਿੱਛੇ ਰੌਸ਼ਨੀ ਹੁੰਦੀ ਆ ਅਤੇ ਜਿਹੜੀ ਪੂਛ ਸਾਨੂੰ ਨਜ਼ਰ ਆਉਂਦੀ ਹੈ, ਇਸ ਕਰਕੇ ਇਹਨੂੰ ਪੂਛਲ ਤਾਰਾ ਜਿਹੜਾ ਹੈਗਾ ਕਹਿੰਦੇ ਹਨ। ਤਾਂ ਇਸ ਤਸਵੀਰ ਦੇ ਵਿੱਚ ਅਸੀਂ ਪੂਛਲ ਤਾਰੇ ਨੂੰ ਦੇਖ ਸਕਦੇ ਹਾਂ। ਸੂਰਜ ਦੁਆਲੇ ਘੁੰਮਦਾ ਹੋਇਆ ਕਦੇ ਤਾਂ ਇਹ ਸੂਰਜ ਦੇ ਬਹੁਤ ਨੇੜੇ ਆ ਜਾਂਦਾ ਹੈ ਅਤੇ ਕਦੇ ਬਹੁਤ ਦੂਰ ਹੋ ਜਾਂਦਾ ਹੈ। ਸੂਰਜ ਜਿਹੜੇ ਪੂਛਲ ਤਾਰੇ ਨੇ ਇਹ ਵੀ ਗ੍ਰਹਿਆਂ ਵਾਂਗ ਸੂਰਜ ਦੇ ਆਲੇ ਦੁਆਲੇ ਘੁੰਮਦੇ ਰਹਿੰਦੇ ਨੇ। ਤਾਂ ਕਈ ਵਾਰ ਸਾਨੂੰ ਇਹ ਸੂਰਜ ਦੇ ਬਿਲਕੁਲ ਨੇੜੇ ਦਿਖਾਈ ਦਿੰਦੇ ਨੇ ਅਤੇ ਕਈ ਵਾਰ ਬਹੁਤ ਦੂਰ। ਇਸ ਦਾ ਪੱਥ ਲੰਬਾ ਅਤੇ ਘੱਟ ਘੇਰੇ ਵਿੱਚ ਫੈਲੇ ਕੁੰਡੀਨੁਮਾ ਆਕਾਰ ਵਿੱਚ ਮੁੜਿਆ ਹੁੰਦਾ ਹੈ। ਤਾਂ ਜਿਹੜਾ ਇਹਦਾ ਪੱਥ ਹੈਗਾ ਉਹ ਕਾਫੀ ਲੰਮਾ, ਘੱਟ ਘੇਰੇ ਵਿੱਚ ਫੈਲੇ ਕੁੰਡੀਨੁਮਾ ਆਕਾਰ ਵਿੱਚ ਮੁੜਿਆ ਹੁੰਦਾ ਹੈ। ਪਿਛਲੇ ਕਈ ਸਾਲਾਂ ਦੌਰਾਨ ਹੈਲੇ ਦਾ ਪੂਛਲ ਤਾਰਾ, ਜਿਸ ਦਾ ਨਾਮ ਇੰਗਲੈਂਡ ਦੇ ਤਾਰਾ ਵਿਗਿਆਨੀ ਐਡਮੰਡ ਹੈਲੇ ਦੇ ਨਾਮ 'ਤੇ ਪਿਆ, ਸਾਨੂੰ ਧਰਤੀ ਤੋਂ ਦਿਖਾਈ ਦਿੰਦਾ ਰਿਹਾ ਹੈ। ਇਹ ਤਾਰਾ 75-76 ਸਾਲਾਂ ਬਾਅਦ ਦਿਖਾਈ ਦਿੰਦਾ ਹੈ। ਤਾਂ ਜਿਹੜਾ ਪੂਛਲ ਤਾਰਾ, ਜਿੱਦਾਂ ਕਿ ਅਸੀਂ ਪਹਿਲਾਂ ਪੜ੍ਹਿਆ ਕਿ ਪੂਛਲ ਤਾਰੇ ਕਦੇ ਕਦੇ ਹੀ ਦਿਖਾਈ ਦਿੰਦੇ ਨੇ, ਤਾਂ ਲਾਸਟ ਜਿਹੜਾ ਪੂਛਲ ਤਾਰਾ ਹੈਲੇ ਦਾ ਪੂਛਲ ਤਾਰਾ, ਇਹ ਇਸ ਦਾ ਨਾਮ ਕਿਵੇਂ ਪਿਆ, ਜਿਹੜਾ ਇੱਕ ਇੰਗਲੈਂਡ ਦਾ ਤਾਰਾ ਵਿਗਿਆਨੀ ਸੀ ਐਡਮੰਡ ਹੈਲੇ, ਤਾਂ ਉਹ ਸਾਨੂੰ ਜਿਹੜਾ ਹੈਗਾ ਲਾਸਟ ਟਾਈਮ 75-76 ਸਾਲਾਂ ਬਾਅਦ ਜਿਹੜਾ ਦਿਖਾਈ ਦਿੱਤਾ ਸੀ, ਲਗਭਗ 1986 ਦੇ ਵਿੱਚ। ਤਾਂ ਇਹ ਜਿਹੜੀ ਫਿਗਰ ਆ ਤੁਸੀਂ ਨੋਟ ਕਰ ਲੈਣੀ ਆ। ਅਤੇ ਜਿਹੜੇ ਪੂਛਲ ਤਾਰੇ ਨੇ ਇਹ ਵੀ ਸਾਡੇ ਸੋਲਰ ਸਿਸਟਮ ਦਾ ਇੱਕ ਅੰਗ ਨੇ। ਇਸ ਤੋਂ ਅੱਗੇ ਹੈਗਾ ਛੋਟੇ ਗ੍ਰਹਿ, ਐਸਟਰੋਇਡਸ। ਤਾਂ ਛੋਟੇ ਛੋਟੇ ਗ੍ਰਹਿ ਵੀ ਹੈਗੇ ਨੇ ਸੂਰਜੀ ਪਰਿਵਾਰ ਦੇ ਵਿੱਚ, ਤਾਂ ਇਹਨਾਂ ਦੇ ਬਾਰੇ ਵੀ ਅਸੀਂ ਡਿਸਕਸ ਕਰਦੇ ਹਾਂ ਕਿ ਇਹ ਕੀ ਨੇ। ਗ੍ਰਹਿਆਂ ਤੋਂ ਇਲਾਵਾ ਬ੍ਰਹਿਮੰਡ ਵਿੱਚ ਕਈ ਛੋਟੇ ਗ੍ਰਹਿ ਵੀ ਹਨ ਜਿਹੜੇ ਸੂਰਜ ਦੁਆਲੇ ਘੁੰਮਦੇ ਹਨ। ਇਹ ਵੀ ਸੂਰਜ ਦੇ ਦੁਆਲੇ ਘੁੰਮਦੇ ਰਹਿੰਦੇ ਹਨ। ਸੂਰਜ ਦੁਆਲੇ ਪਰਿਕਰਮਾ ਕਰਨ ਕਰਕੇ ਇਹ ਗ੍ਰਹਿ ਦੀ ਹੀ ਕਿਸਮ ਅਖਵਾਉਂਦੇ ਹਨ। ਇਹ ਵੀ ਜਿਹੜੇ ਗ੍ਰਹਿਆਂ ਦੇ ਵਾਂਗ ਸੂਰਜ ਦੀ ਪਰਿਕਰਮਾ ਕਰਦੇ ਹਨ। ਹਾਲਾਂਕਿ ਇਹਨਾਂ ਦਾ ਆਕਾਰ ਗ੍ਰਹਿ ਦੇ ਮੁਕਾਬਲੇ ਛੋਟਾ ਹੁੰਦਾ ਹੈ, ਪਰ ਆਕਾਰ ਦੇ ਪੱਖੋਂ ਇਹ ਗ੍ਰਹਿਆਂ ਦੇ ਜਿਹੜੇ ਮੁਕਾਬਲੇ ਬਹੁਤ ਛੋਟੇ ਹੁੰਦੇ ਹਨ, ਜੋ ਕਈ ਵਾਰ ਧੂੜ ਮਿੱਟੀ ਦੇ ਕਣਾਂ ਦਾ ਗੋਲਾ ਵੀ ਹੋ ਸਕਦੇ ਹਨ। ਜਿਹੜੇ ਕੀ ਨੇ ਧੂੜ ਅਤੇ ਮਿੱਟੀ ਦੇ ਕਣਾਂ ਦਾ ਗੋਲਾ ਵੀ ਹੋ ਸਕਦੇ ਨੇ, ਇਸ ਲਈ ਇਹ ਪੂਰੇ ਗ੍ਰਹਿ ਨਹੀਂ ਹੈਗੇ, ਇਸ ਲਈ ਇਹਨਾਂ ਨੂੰ ਅਸੀਂ ਛੋਟੇ ਗ੍ਰਹਿ ਕਹਿੰਦੇ ਹਾਂ। ਇਸ ਤੋਂ ਅੱਗੇ ਬਹੁਤ ਇੰਪੋਰਟੈਂਟ ਟਰਮਾਂ ਨੇ, ਉਲਕਾ ਕੀ ਹੁੰਦਾ ਅਤੇ ਉਲਕਾ ਪਿੰਡ, ਮਿਟੇਓਰਸ ਅਤੇ ਮਿਟੋਰੈਟਸ। ਇਹਨਾਂ ਨੂੰ ਵੀ ਅਸੀਂ ਪੜ੍ਹਾਂਗੇ ਕਿ ਉਲਕਾ ਅਤੇ ਉਲਕਾ ਪਿੰਡ ਕੀ ਹੁੰਦਾ। ਉਲਕਾ ਪਿੰਡਾਂ ਨੂੰ ਸ਼ੂਟਿੰਗ ਸਟਾਰ ਵੀ ਆਖਦੇ ਹਨ। ਤਾਂ ਇਹ ਵੀ ਇੰਪੋਰਟੈਂਟ ਹੈ ਕਿ ਉਲਕਾ ਪਿੰਡਾਂ ਨੂੰ ਅਸੀਂ ਸ਼ੂਟਿੰਗ ਸਟਾਰ ਆਖਦੇ ਹਾਂ। ਤੁਸੀਂ ਆਕਾਸ਼ ਵਿੱਚ ਕਦੀ ਤੇਜ਼ੀ ਨਾਲ ਟੁੱਟਦੇ ਤਾਰਿਆਂ ਨੂੰ ਵੇਖਿਆ ਹੈ? ਤਾਂ ਇਹ ਵੀ ਅਸੀਂ ਦੇਖਦੇ ਹਾਂ ਕਿ ਆਕਾਸ਼ ਦੇ ਵਿੱਚ ਅਕਸਰ ਤਾਰੇ ਨੇ ਜਿਹੜੇ ਟੁੱਟਦੇ ਰਹਿੰਦੇ ਹਨ। ਅਸਲ ਵਿੱਚ ਇਹ ਤਾਰੇ ਨਹੀਂ ਹੁੰਦੇ। ਤਾਂ ਇਹ ਸਾਨੂੰ ਜਿਹੜੇ ਟੁੱਟਦੇ ਤਾਰੇ ਨਜ਼ਰ ਆਉਂਦੇ ਨੇ, ਇਹ ਤਾਰੇ ਨਹੀਂ ਹੁੰਦੇ। ਸੂਰਜ ਮੰਡਲ ਵਿੱਚ ਛੋਟੇ ਛੋਟੇ ਪਦਾਰਥ ਖਿਲਰੇ ਪਏ ਹਨ। ਜਿਹੜਾ ਸਾਡਾ ਸੋਲਰ ਸਿਸਟਮ ਹੈ ਉਸ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪਦਾਰਥ ਨੇ ਜਿਹੜੇ ਅਲੱਗ-ਅਲੱਗ ਜਗ੍ਹਾ ਦੇ ਉੱਪਰ ਖਿਲਰੇ ਪਏ ਹਨ। ਪ੍ਰਿਥਵੀ ਪਰਿਕਰਮਾ ਕਰਦੇ ਸਮੇਂ ਜਦ ਇਹ ਕਿਸੇ ਅਜਿਹੇ ਪਦਾਰਥ ਦੇ ਨੇੜੇ ਆ ਜਾਂਦੇ ਹਨ ਤਾਂ ਉਹ ਪਦਾਰਥ ਤੀਬਰ ਗਤੀ ਨਾਲ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋ ਜਾਂਦਾ ਹੈ। ਤਾਂ ਜਿਹੜੇ ਕਈ ਵਾਰ ਅਸੀਂ ਦੇਖਦੇ ਹਾਂ ਕਿ ਇਹ ਤਰ੍ਹਾਂ ਤਰ੍ਹਾਂ ਦੇ ਪਦਾਰਥ ਨੇ ਘੁੰਮਦੇ ਘੁੰਮਦੇ ਕਈ ਵਾਰ ਕੀ ਆ ਧਰਤੀ ਦੇ ਵਾਯੂਮੰਡਲ ਦੇ ਵਿੱਚ ਦਾਖਲ ਹੋ ਜਾਂਦੇ ਹਨ। ਵਾਯੂਮੰਡਲੀ ਹਵਾ ਨਾਲ ਰਗੜਨ ਕਰਕੇ ਉਸ ਪਦਾਰਥ ਨੂੰ ਅੱਗ ਲੱਗ ਜਾਂਦੀ ਹੈ, ਕਿਉਂਕਿ ਸਾਨੂੰ ਪਤਾ ਕਿ ਸਾਡੇ ਜਿਹੜਾ ਧਰਤੀ ਦਾ ਵਾਯੂਮੰਡਲ ਹੈ ਉਸ ਦੇ ਵਿੱਚ ਜਿਹੜੀ ਹੈਗੀਆਂ ਨੇ ਲੇਅਰਸ ਨੇ, ਜਦੋਂ ਲੇਅਰਸ ਨੂੰ ਕ੍ਰਾਸ ਕਰਦੇ ਨੇ ਤਾਂ ਉੱਥੇ ਰਗੜਨ ਕਾਰਨ ਇਹਨਾਂ ਪਦਾਰਥਾਂ ਦੇ ਵਿੱਚ ਜਿਹੜੀ ਹੈਗੀ ਆ ਅੱਗ ਲੱਗ ਜਾਂਦੀ ਹੈ, ਜਿਸ ਕਰਕੇ ਉਸ ਦੇ ਪਿੱਛੇ ਰੌਸ਼ਨੀ ਦੀ ਲਕੀਰ ਜਿਹੀ ਬਣ ਜਾਂਦੀ ਹੈ, ਜਿਸ ਨੂੰ ਉਲਕਾ ਆਖਦੇ ਹਨ। ਤਾਂ ਵਾਤਾਵਰਨ ਦੇ ਵਿੱਚ ਜਿਹੜੀ ਆ ਲੇਅਰਸ ਨੇ ਉਹਨਾਂ ਦੇ ਵਿੱਚ ਗਰਮੀ ਵੀ ਕਾਫੀ ਜ਼ਿਆਦਾ ਉੱਪਰਲੀ ਲੇਅਰ ਦੇ ਵਿੱਚ
ਜਦੋਂ ਇਹ ਪਦਾਰਥ ਵਾਯੂਮੰਡਲ ਦੇ ਵਿੱਚ ਆਉਂਦੇ ਨੇ ਤਾਂ ਹਵਾ ਦੀ ਰਗੜ ਦੇ ਕਾਰਨ ਇਹਨਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ। ਇਸ ਕਰਕੇ ਇਹਨਾਂ ਪਦਾਰਥਾਂ ਦੇ ਪਿੱਛੇ ਰੌਸ਼ਨੀ ਦੀ ਲਕੀਰ ਜਿਹੀ ਬਣ ਜਾਂਦੀ ਹੈ, ਜਿਸ ਨੂੰ ਅਸੀਂ ਕੀ ਕਹਿੰਦੇ ਹਾਂ, ਉਲਕਾ। ਤਾਂ ਇੱਥੇ ਉਲਕਾ ਵੀ ਦਿਖਾਇਆ ਹੋਇਆ, ਉਲਕਾ ਪਿੰਡ। ਤਾਂ ਉਲਕਾ ਅਤੇ ਉਲਕਾ ਪਿੰਡ ਦੇ ਵਿੱਚ ਕੀ ਅੰਤਰ ਹੁੰਦਾ, ਹੁਣ ਅਸੀਂ ਪੜ੍ਹਦੇ ਹਾਂ ਉਲਕਾ ਪਿੰਡ ਕੀ ਹੁੰਦੇ ਨੇ। ਮੀਟੋਰਾਇਟਸ ਉਹ ਉਲਕਾ ਜਿਹੜੇ ਪੂਰੇ ਸੜਦੇ ਨਹੀਂ, ਧਰਤੀ 'ਤੇ ਠੋਸ ਹਾਲਤ ਵਿੱਚ ਗਰਮ ਗੋਲੇ ਦੇ ਰੂਪ ਵਿੱਚ ਡਿੱਗਦੇ ਹਨ, ਉਹਨਾਂ ਨੂੰ ਉਲਕਾ ਆਖਦੇ ਹਨ। ਮਤਲਬ ਕੀ ਆ ਕਿ ਅਸਮਾਨ ਦੇ ਵਿੱਚ ਜਿਹੜੇ ਉਲਕਾ ਨੇ, ਜੇ ਤਾਂ ਉਹ ਅਸਮਾਨ ਦੇ ਵਿੱਚ ਰਹਿੰਦੇ ਨੇ ਤਾਂ ਅਸੀਂ ਉਹਨਾਂ ਨੂੰ ਉਲਕਾ ਕਹਿੰਦੇ ਹਾਂ। ਜੇ ਉਹ ਗਲੇ ਸੜੇ ਧਰਤੀ ਦੇ ਉੱਪਰ ਪਹੁੰਚ ਜਾਣ, ਡਿੱਗ ਪੈਂਦੇ ਨੇ, ਤਾਂ ਅਸੀਂ ਉਸ ਨੂੰ ਉਲਕਾ ਪਿੰਡ ਕਹਿੰਦੇ ਹਾਂ। ਜਿੱਦਾਂ ਇਹ ਜਿਹੜਾ ਪੱਥਰ ਆ ਅਸਮਾਨ ਦੇ ਵਿੱਚੋਂ ਆਇਆ, ਧਰਤੀ ਦੇ ਉੱਪਰ ਡਿੱਗਿਆ ਅਤੇ ਇਹਦੀ ਜਿਹੜੀ ਹੈਗੀ ਫੋਟੋ ਲਈ ਗਈ, ਇਸ ਨੂੰ ਅਸੀਂ ਉਲਕਾ ਪਿੰਡ ਆਖਦੇ ਹਾਂ। ਇਹਨਾਂ ਉਲਕਾ ਪਿੰਡਾਂ ਕਰਕੇ ਧਰਤੀ 'ਤੇ ਬਹੁਤ ਵੱਡੇ ਮੋਗੇ ਟੋਏ ਬਣ ਜਾਂਦੇ ਹਨ। ਧਰਤੀ ਦੇ ਉੱਪਰ ਇਹ ਉਲਕਾ ਪਿੰਡ ਜਿਹੜੇ ਅਕਸਰ ਡਿੱਗਦੇ ਹੁੰਦੇ ਨੇ, ਇਹਨਾਂ ਕਰਕੇ ਕਈ ਸਥਾਨਾਂ ਦੇ ਉੱਪਰ ਵੱਡੇ ਵੱਡੇ ਟੋਏ ਬਣ ਜਾਂਦੇ ਹਨ। ਜਿਵੇਂ ਦੇਖੋ, ਅਮਰੀਕਾ ਦੇ ਮਾਰੂਥਲੀ ਇਲਾਕੇ, ਐਰੀਜ਼ੋਨਾ ਦਾ ਮੋਗਾ ਕ੍ਰੇਟਰ। ਤਾਂ ਅਮਰੀਕਾ ਦੇ ਵਿੱਚ ਜਿਹੜਾ ਸਾਨੂੰ ਮਾਰੂਥਲ ਹੈਗਾ ਇਲਾਕਾ, ਐਰੀਜ਼ੋਨਾ ਦਾ ਮੋਗਾ ਕ੍ਰੇਟਰ ਆ ਜਿਹੜਾ, ਕਿਸੇ ਉਲਕਾ ਪਿੰਡ ਦੇ ਡਿੱਗਣ ਕਰਕੇ ਹੀ ਮੰਨਿਆ ਜਾਂਦਾ ਹੈ। ਤਾਂ ਇਹ ਜਿਹੜਾ ਹੈਗਾ ਐਰੀਜ਼ੋਨਾ ਦਾ ਮੋਗਾ ਕ੍ਰੇਟਰ, ਕਿਹਾ ਜਾਂਦਾ ਕਿ ਇੱਥੇ ਵੀ ਉਲਕਾ ਪਿੰਡ ਡਿੱਗੇ ਸੀ, ਜਿਸ ਕਰਕੇ ਇਹ ਜਿਹੜਾ ਮੋਗਾ ਹੋਂਦ ਦੇ ਵਿੱਚ ਆਇਆ। ਅਤੇ ਇਹਨੂੰ ਵੀ ਤੁਸੀਂ ਗੂਗਲ ਦੇ ਵਿੱਚ ਸਰਚ ਕਰਕੇ ਦੇਖ ਸਕਦੇ ਹੋ। ਇਸ ਤੋਂ ਅੱਗੇ ਅਸੀਂ ਗੱਲ ਕਰਦੇ ਹਾਂ, ਇਸ ਤੋਂ ਅੱਗੇ ਜਿਹੜੀ ਧਰਤੀ, ਨੁਹਾਰ ਅਤੇ ਆਕਾਰ ਦਾ ਅਰਥ, ਇਟਸ ਸ਼ੇਪ ਐਂਡ ਸਾਈਜ਼। ਅਸੀਂ ਗੱਲ ਕਰਦੇ ਹਾਂ ਕਿ ਸਾਡੀ ਧਰਤੀ ਦੀ ਜਿਹੜੀ ਹੈਗੀ ਹੈ ਨੁਹਾਰ ਅਤੇ ਆਕਾਰ ਕਿਸ ਤਰ੍ਹਾਂ ਦਾ ਹੈ। ਤਾਂ ਇਹ ਅਸੀਂ ਅਗਲੇ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ, ਧਰਤੀ, ਨੁਹਾਰ ਅਤੇ ਆਕਾਰ। ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਥੈਂਕ ਯੂ।